अमसाल की किताब ਉਹਦਾ ਬਾਬ ਨੰਬਰ 28 ਤੇ ਉਹਦੀ ਆਇਤ ਨੰਬਰ 20 ਖੁਦਾਵੰਦ ਦੇ ਕਲਾਮ 'ਚ ਲਿਖਿਆ ਦਿਆਨਤਦਾਰ ਬੰਦਾ ਬਰਕਤਾਂ ਨਾਲ ਮਾਮੂਰ ਹੋਏਗਾ, ਪਰ ਜਿਹੜਾ ਦੌਲਤਮੰਦ ਹੋਣ ਲਈ ਛੇਤੀ ਕਰਦਾ ਉਹ ਬੇਸਜ਼ਾ ਨਹੀਂ ਛੁੱਟੇਗਾ। ਠੀਕ ਹੈ ਜੀ। ਜਿਹੜਾ ਦਿਆਨਤਦਾਰ ਬੰਦਾ ਉਹ ਬਰਕਤਾਂ ਨਾਲ ਮਾਮੂਰ ਹੋਏਗਾ। ਖੁਦਾ ਦਿਆਨਤਦਾਰ ਬੰਦਿਆਂ ਨੂੰ ਬਰਕਤਾਂ ਨਾਲ ਮਾਮੂਰ ਕਰਦਾ ਹੈ। ਇਹਦੀ ਇੱਕ ਸਾਦੀ ਜਿਹੀ ਮਿਸਾਲ ਹੈ। ਜਿਹੜਾ ਦਿਆਨਤਦਾਰ ਮੁਲਾਜ਼ਮ ਹੁੰਦਾ ਨਾ, ਕੋਠੀ 'ਚ ਕੰਮ ਕਰਨ ਵਾਲਾ, ਵਫਾਦਾਰ ਹੁੰਦਾ, ਮਾਲਕ ਨੂੰ ਪਤਾ ਹੁੰਦਾ ਕਿ ਇਹ ਵਫਾਦਾਰ ਹੈ, ਉਹ ਆਪਣੀ ਗੈਰ ਮੌਜੂਦਗੀ ਦੇ ਵਿੱਚ ਉਹਨੂੰ ਕਹਿੰਦਾ ਕਿ ਬਈ ਅਸੀਂ ਜਾ ਰਹੇ ਹਾਂ ਤੇ ਘਰ ਤੇਰੇ ਜ਼ਿੰਮੇ ਇੰਝ ਹੁੰਦਾ ਨਾ, ਤੁਹਾਡੇ ਨਾਲ ਹੁੰਦਾ ਇਸ ਤਰ੍ਹਾਂ। ਕਿਉਂਕਿ ਇੱਕ ਲੰਬਾ ਵੇਲਾ ਲਾ ਕੇ ਤੁਸੀਂ ਆਪਣੀ ਸ਼ਰਾਫਤ ਦਾ ਉਹਨਾਂ ਨੂੰ ਯਕੀਨ ਦਿਵਾਇਆ ਕਿ ਜੀ ਮੈਂ ਬੇਈਮਾਨ ਆਦਮੀ ਨਹੀਂ, ਮੈਂ ਸ਼ਰੀਫ ਬੰਦਾ ਵਾਂ, ਮੈਂ ਖੁਦਾ ਨਾਲ ਚੱਲਣ ਵਾਲਾ ਵਾਂ, ਮੈਂ ਵਫਾਦਾਰ ਹਾਂ। ਔਰ ਜਦੋਂ ਅਸੀਂ ਦਿਆਨਤਦਾਰੀ ਦੇ ਨਾਲ ਚੱਲ ਰਹੇ ਹੁੰਦੇ ਹਾਂ ਤੇ ਖੁਦਾ ਵੀ ਸਾਨੂੰ ਜ਼ਿੰਮੇਦਾਰੀਆਂ ਦਿੰਦਾ। ਇੱਥੇ ਬੇਸ਼ੁਮਾਰ ਲੋਕ ਨੇ ਜਿਹੜੇ ਖਿਦਮਤ ਕਰਨਾ ਚਾਹੁੰਦੇ ਨੇ। ਤੁਸੀਂ ਉਹਨਾਂ ਨੂੰ ਕਹੋ ਜੀ ਸਰ ਜੀ ਕੋਈ ਇਬਾਰਤ ਹੋਏ ਸਾਨੂੰ ਵੀ ਦੱਸਿਆ ਕਰੋ। ਠੀਕ ਹੈ ਜੀ, ਹਾਂਜੀ ਸਰ ਉਹ ਕੱਲ ਇਬਾਰਤ ਹੈਗੀ ਤੁਸੀਂ ਆ ਜਾਓਗੇ। ਉਹ ਸਰ ਕੱਲ ਤੇ ਮੈਂ ਫਰੀ ਨਹੀਂ। ਅੱਛਾ, ਫਿਰ ਤੁਸੀਂ ਅਗਲੇ ਹਫਤੇ ਕੋਈ ਮੀਟਿੰਗ ਤੇ ਉਹਨਾਂ ਨੂੰ ਦੱਸਿਆ, ਉਹਨਾਂ ਨੇ ਉਦੋਂ ਵੀ ਬਹਾਨਾ ਪਾ ਦਿੱਤਾ। ਮਤਲਬ ਜਜ਼ਬਾ ਉਹਨਾਂ ਦਾ ਖਿਦਮਤ ਕਰਨ ਦਾ, ਲੇਕਿਨ ਉਹਨਾਂ ਦੇ ਅੰਦਰ ਉਹ ਚੀਜ਼ ਨਜ਼ਰ ਹੀ ਨਹੀਂ ਆ ਰਹੀ ਕਿ ਵੀ ਇਹ ਖਿਦਮਤ ਕਰਨ ਵਾਲਾ ਹੈ। ਜਿਹੜਾ ਬੰਦੇ ਨੇ ਖਿਦਮਤ ਕਰਨੀ ਉਹ ਤਾਂ ਕਹਿੰਦਾ ਵੀ ਮੈਨੂੰ ਦੱਸੋ ਮੈਂ ਕਰਨਾ ਕੀ। ਠੀਕ ਹੈ ਨਾ। ਤੇ ਖੁਦਾ ਨੂੰ ਵੀ ਪਤਾ ਕਿ ਵੀ ਇਹ ਬੰਦਾ ਮੂੰਹ ਕਹਿ ਰਿਹਾ ਕਿ ਮੈਂ ਖਿਦਮਤ ਕਰਨਾ ਚਾਹਨਾ, ਲੇਕਿਨ ਇਹ ਖਿਦਮਤ ਕਰਨ ਲਈ ਕੀਮਤ ਚੁਕਾਉਣ ਲਈ ਤਿਆਰ ਨਹੀਂ। ਦਿਆਨਤਦਾਰ ਆਦਮੀ ਬਰਕਤਾਂ ਨਾਲ ਮਾਮੂਰ ਹੋਏਗਾ, ਪਰ ਜਿਹੜਾ ਬੰਦਾ ਦੌਲਤਮੰਦ ਹੋਣ ਲਈ ਛੇਤੀ ਕਰਦਾ, ਛੇਤੀ ਜਦੋਂ ਅਸੀਂ ਕਰਨੇ ਆ ਨਾ ਤਾਂ ਫਿਰ ਅਸੀਂ ਸ਼ਰਾਬ ਵੇਚਨੇ ਆ। ਜਦੋਂ ਅਸੀਂ ਛੇਤੀ ਕਰਨੇ ਆ ਅਸੀਂ 2 ਨੰਬਰੀਆਂ ਕਰਨੇ ਆ, ਅਸੀਂ ਲੂਟ ਖਸੂਟ ਕਰਨੇ ਆ। ਅਸੀਂ ਜਿਸ ਚੀਜ਼ ਦਾ ਬਣਦਾ ਰੁਪਈਆ ਅਸੀਂ ਕਹਿੰਦੇ ਆ ਜੀ ਇਹਦਾ 10 ਰੁਪਈਆ, ਕਿਉਂਕਿ ਸਾਨੂੰ ਜਲਦੀ ਪਈ ਹੋਈ ਹੈ ਕਿ ਵੀ ਅਸੀਂ ਛੇਤੀ ਛੇਤੀ ਅਮੀਰ ਹੋਈਏ। ਇੱਧਰੋਂ ਫੜ, ਇੰਝ ਕਰ ਉਂਝ ਕਰ। ਅਸੀਂ ਆਪਣੇ ਬੱਚਿਆਂ ਲਈ ਕੁਝ ਕਰਨਾ। ਛੇਤੀ ਜਿਹੜਾ ਬੰਦਾ ਕਰਦਾ ਉਹ ਬੇਸਜ਼ਾ ਨਹੀਂ ਛੁੱਟੇਗਾ। ਜਿਹੜੀ ਪਹਿਲੀ ਅਸੀਂ ਆਇਤ ਪੜ੍ਹੀ ਹੈ ਨਾ, ਆਇਤ ਦਾ ਪਹਿਲਾ ਹਿੱਸਾ ਜਿਹੜਾ ਹੈ, ਦਿਆਨਤਦਾਰ ਬੰਦਾ ਬਰਕਤਾਂ ਨਾਲ ਮਾਮੂਰ ਹੋਏਗਾ। ਜਿਹੜਾ ਬੰਦਾ ਦਿਆਨਤਦਾਰ ਹੈ ਨਾ, ਖੁਦਾ ਉਹਨੂੰ ਵਕਤ ਬਾ ਵਕਤ ਉੱਤੇ ਲਿਆਂਦਾ ਟਾਈਮ ਦੇ ਨਾਲ, ਔਰ ਉਹਦੇ 'ਚ ਉਹਨੂੰ ਪ੍ਰੋਬਲਮ ਕੋਈ ਨਹੀਂ ਹੁੰਦੀ, ਕਿਉਂਕਿ ਉਹ ਤਿਆਰ ਹੁੰਦਾ ਉਸ ਬਰਕਤ ਨੂੰ ਰਿਸੀਵ ਕਰਨ ਲਈ ਔਰ ਉਸ ਬਰਕਤ ਨੂੰ ਯੂਜ਼ ਕਰਨ ਲਈ। ਮੈਂ ਹਮੇਸ਼ਾ ਇਸ ਚੀਜ਼ ਦੀ ਤਾਲੀਮ ਦਿੱਤੀ ਹੈ ਲੋਕਾਂ ਨੂੰ, ਤੁਹਾਡੇ ਕੋਲ ਅਗਰ ਪੈਸਾ ਆ ਜਾਏ ਨਾ, ਕੋਈ ਬੜੀ ਵੱਡੀ ਗੱਲ ਨਹੀਂ। ਪੈਸੇ ਨੂੰ ਸਾਂਭਣਾ ਕੰਮ ਹੈ। ਪੈਸੇ ਨੂੰ ਲਾਵਾਂਗੇ ਕਿਵੇਂ, ਖਰਚ ਕਿਵੇਂ ਕਰਾਂਗੇ, ਇਹਨੂੰ ਚਲਾਵਾਂਗੇ ਕਿਵੇਂ, ਪੈਸੇ ਨੂੰ ਯੂਜ਼ ਕਿਵੇਂ ਕਰਾਂਗੇ। ਅਗਰ ਸਾਨੂੰ ਇਹਦਾ ਆਰਟ ਨਹੀਂ ਨਾ ਆਉਂਦਾ, ਸਾਡੇ ਕੋਲ ਜਿੰਨਾ ਮਰਜ਼ੀ ਪੈਸਾ ਆ ਜਾਏ ਅਸੀਂ ਉਜਾੜਾਂਗੇ। ਸਾਡੇ ਕ੍ਰਿਸਚਨ ਲੋਕ ਕਮੇਟੀ ਨਿਕਲਦੀ ਘੀਕਾ ਰੱਖ ਲੈਂਦੇ ਨੇ, ਸ਼ਰਾਬਾਂ ਚੱਲ ਰਹੀਆਂ ਨੇ, ਗਾਲਾਂ ਕੱਢ ਰਹੇ ਨੇ, ਮੌਜ ਮਸਤੀ ਕਰ ਰਹੇ ਨੇ, ਵਾਹ ਜੀ ਵਾਹ ਉਹ ਬੜਾ ਵੱਡਾ ਘੀਕਾ ਕੀਤਾ ਸੀ ਮੈਂ ਆਪਣੇ ਪੁੱਤਰ ਦਾ। ਪੁੱਤਰ ਤੇ ਛੋਟਾ ਸੀ ਉਦੋਂ, ਉਹ ਘੀਕਾ ਹੋ ਗਿਆ। ਅੱਛਾ ਜੀ, ਉਹ ਪੁੱਤਰ ਨੂੰ ਯਾਦ ਹੀ ਨਹੀਂ, ਵੱਡੇ ਹੋ ਕੇ ਉਹ ਪਿਓ ਨੂੰ ਕਹਿ ਰਿਹਾ ਤੂੰ ਮੇਰੇ ਲਈ ਅੱਜ ਤੱਕ ਕੀ ਕੀਤਾ। ਉਹ ਪੁੱਤਰ ਤੇਰੀ ਤੇ ਹਰ ਸਾਲਗਿਰਾ ਦੇ ਅਸੀਂ 300 ਬੰਦਾ ਇਕੱਠਾ ਕਰ ਲੈਣੇ। ਇੱਕ ਬੰਦਾ ਇੱਥੇ ਮੈਨੂੰ ਮਿਲਿਆ, ਕਹਿੰਦਾ ਜੀ ਅਸੀਂ ਆਪਣੇ ਬੱਚੇ ਦੀ ਸਾਲਗਿਰਾ ਤੇ 4 ਲੱਖ ਰੁਪਈਆ ਲਾਇਆ ਪਾਦਰੀ ਸਾਹਿਬ। ਬੜੇ ਉਹ ਮਤਲਬ ਤੌਰ ਨਾਲ ਮੈਨੂੰ ਦੱਸ ਰਹੇ। ਤੇ ਮੈਂ ਸੋਚਿਆ ਕਿ ਇਹ ਬੰਦੇ ਨੇ 4 ਲੱਖ ਰੁਪਇਆ ਲਾਤਾ, ਔਰ ਇਹ ਉਹ ਬੰਦਾ ਜਿਹੜਾ ਚਰਚ ਹੀ ਨਹੀਂ ਜਾਂਦਾ। ਪੈਸਾ ਉਹਨੇ ਕੀ ਕੀਤਾ, ਖੂਹ ਖਾਤੇ ਸੁੱਟਿਆ। ਲੋਕ ਆਏ, ਉਹ ਸੜੇ ਵੀ ਲੋਕ, ਓਏ ਯਾਰ 4 ਲੱਖ ਰੁਪਈਆ ਲਾਤਾ ਯਾਰ, ਕੰਮ ਅਕਲ ਆਦਮੀ ਹੈ। ਰੋਟੀ ਵੀ ਉੱਥੇ ਖਾ ਰਹੇ ਨੇ, ਕੋਫਤੇ ਖਾ ਰਹੇ ਨੇ, ਉੱਥੇ ਬਟੇਰੇ ਖਾਂਡੇ ਨੇ। ਮਤਲਬ ਜੇ 4 ਲੱਖ 'ਚ ਉਹਨੇ ਇਹ ਚੀਜ਼ਾਂ ਬਣਾਈਆਂ ਹੋਣੀਆਂ, ਮਹਿੰਗੀ ਉਹਨੇ ਮਤਲਬ ਕਰੋਕਰੀ, ਉਹਨੇ ਕਟਲਰੀ ਯੂਜ਼ ਕੀਤੀ, ਅੱਛੇ ਉਹਨੇ ਤੰਬੂ ਲਵਾਏ, ਲਾਈਟਿੰਗ ਦਾ ਇੰਤਜ਼ਾਮ, ਫਨੂਜ਼ ਇਹ ਉਹ ਫਲਾਣਾ ਟਮਕਾਣਾ, ਰੋਟੀਆਂ। ਲੇਕਿਨ ਉਹ ਲੋਕ ਖਾ ਕੇ ਚਲੇ ਗਏ, ਤਸਵੀਰਾਂ ਤਸੂਰਾਂ ਖਿੱਚ ਲਈਆਂ, ਮੂਵੀ ਬਣ ਗਈ, ਲੇਕਿਨ ਉਹਦਾ ਫਾਇਦਾ ਕੀ। ਠੀਕ ਹੈ ਨਾ। ਲੇਕਿਨ ਜਿਹੜਾ ਦਿਆਨਤਦਾਰ ਬੰਦਾ ਹੋਵੇ, ਜਿਹੜਾ ਖੁਦਾ ਦੇ ਕਲਾਮ ਨਾਲ ਜੁੜਿਆ ਹੋਇਆ ਔਰ ਖੁਦਾ ਦੇ ਕਲਾਮ ਤੋਂ ਸਿੱਖਦਾ। ਸਿੱਖਣਾ ਬਹੁਤ ਜ਼ਰੂਰੀ ਹੈ ਲਾਈਫ 'ਚ, ਲਰਨ ਕਰਨਾ। ਅਸੀਂ ਆਪਣੀਆਂ ਚੀਜ਼ਾਂ ਨੂੰ ਵਰਤਣਾ ਕਿਵੇਂ। ਜਦੋਂ ਸਾਨੂੰ ਆ ਜਾਂਦਾ ਆਹਿਸਤਾ ਆਹਿਸਤਾ ਖੁਦਾ ਸਾਨੂੰ ਵਧਾਉਂਦਾ। ਗੁਰਬਤ ਸਦਾ ਨਹੀਂ ਰਹਿੰਦੀ, ਖੁਦਾ ਆਪਣੇ ਲੋਕਾਂ ਨੂੰ ਗਰੀਬ ਨਹੀਂ ਰਹਿਣ ਦਿੰਦਾ, ਖੁਦਾ ਉਹਨਾਂ ਨੂੰ ਮੁਹੱਈਆ ਕਰਦਾ ਹੈ, ਖੁਦਾ ਉਹਨਾਂ ਦੇ ਲੈਵਲ ਨੂੰ ਉੱਤੇ ਲਿਆਂਦਾ। ਲੇਕਿਨ ਜਿਹੜੀ ਦੌਲਤ ਸ਼ਰਾਰਤ ਨਾਲ ਕਮਾਈ ਜਾਂਦੀ ਹੈ ਉਹਦੇ 'ਚ ਤਾਂ ਖੌਫ ਹੀ ਖੌਫ। ਜਿਹੜਾ ਬੰਦਾ ਹੁਣ ਸ਼ਰਾਬ ਵੇਚ ਕੇ ਅੰਨਾ ਪੈਸਾ ਲਿਆ ਰਿਹਾ ਹੈ, ਜਦੋਂ ਪੂਰੇ ਮੁਹੱਲੇ 'ਚ ਪੁਲਿਸ ਉਹਨੂੰ ਠੁੱਡੇ ਮਾਰ ਕੇ ਡਾਲੇ ਸੁੱਟਦੀ ਹੈ, ਫਿਰ ਉਹਦੇ ਬੱਚਿਆਂ ਦੇ ਕੀ ਰਹਿੰਦਾ। ਉਹ ਸਾਡਾ ਪਿਓ ਸ਼ਰਾਬ ਵੇਚਦਾ, ਸਾਡਾ ਪਿਓ ਸ਼ਰਾਬ ਵੇਚਦਾ, ਬੀਵੀ ਲਹਿਦਾ ਰੋਣ ਡਈ ਹੈ, ਪਿਓ ਲਹਿਦਾ ਪਿੱਟਣ ਡਿਆ ਕਿ ਮੇਰੇ ਪੁੱਤਰ ਨੂੰ ਲੈ ਗਏ, ਦਾਦਾ ਰੋਣ ਡਿਆ 2 ਲੱਖ 3 ਲੱਖ ਉੱਥੇ ਦੇ ਕੇ। ਮਤਲਬ ਉਹੀ ਪੈਸਾ ਜਿਹੜਾ ਤੁਸੀਂ ਕਮਾਇਆ ਉਹੀ ਪੈਸਾ ਉੱਧਰ ਚਲਾ ਗਿਆ। ਤੇ ਖੱਟਿਆ ਤੁਸੀਂ ਕੀ। ਤੁਸੀਂ ਆਂਦੇ ਜੇ ਕੰਮ ਕਰਕੇ ਦੋਵੇਂ ਜੀ, ਤੁਹਾਨੂੰ ਪਤਾ ਕਿ ਵੀ ਅਸੀਂ ਇੰਨੇ ਪੈਸੇ ਕਮਾਏ ਨੇ, ਇਹ ਪੈਸੇ ਸਾਡੇ ਹੱਕ ਹਲਾਲ ਦੀ ਕਮਾਈ। ਠੀਕ ਹੈ ਨਾ। ਅਸੀਂ ਜਦੋਂ ਆਪਣੇ ਬੱਚਿਆਂ ਨੂੰ ਰੋਟੀ ਖਵਾ ਰਹੇ ਹਾਂ, ਮੱਛੀ ਖਵਾ ਰਹੇ ਹਾਂ, ਭਾਵੇਂ ਅਸੀਂ ਪਾਈਆ ਖਵਾ ਰਹੇ ਹਾਂ ਜਾਂ ਅੱਧਾ ਕਿਲੋ ਖਵਾ ਰਹੇ ਹਾਂ, ਸਾਨੂੰ ਪਤਾ ਕਿ ਯਾਰ ਇਹ ਪੈਸੇ ਵੀ ਠੀਕ ਨੇ, ਸਾਡੀ ਮਿਹਨਤ ਦੇ ਨੇ, ਔਰ ਸਾਡੇ ਕੋਈ ਘਰ ਆ ਕੇ ਕਿਸੇ ਕਰਜ਼ਦਾਰ ਨੇ ਬੂਆ ਨਹੀਂ ਖੜਕਾਣਾ ਓਏ ਬਾਹਰ ਕਿਧਰ ਹੈ ਬਈ, ਕੱਢੋ ਬਈ ਉਹਨੂੰ ਬਾਹਰ। ਇੰਝ ਨਹੀਂ, ਸਕੂਨ ਹੈ।
ਤੇ ਲਿਖਿਆ ਕਿ ਦਿਆਨਤਦਾਰ ਆਦਮੀ ਬਰਕਤਾਂ ਨਾਲ ਮਾਮੂਰ ਹੋਏਗਾ। ਕਈ ਵਾਰੀ ਸਾਡੇ ਲੋਕ ਜਿਹੜੇ ਨੇ ਉਹ ਸਿਰਫ ਰੁਪਏ ਪੈਸੇ ਨੂੰ ਹੀ ਬਰਕਤ ਸਮਝਦੇ ਨੇ। ਘਰ 'ਚ ਜਿਹੜਾ ਸਕੂਨ ਹੈ ਇਹਦੇ ਨਾਲ ਵੱਡੀ ਬਰਕਤ ਹੀ ਕੋਈ। ਅਗਰ ਤੁਹਾਡੇ ਘਰ 'ਚ ਲੜਾਈ ਝਗੜਾ ਨਹੀਂ ਨਾ, ਅਮਨੋ ਮਾਨ ਹੈ, ਇਹਦੇ ਨਾਲ ਵੱਡੀ ਬਰਕਤ ਹੀ ਕੋਈ ਨਹੀਂ। ਸਕੂਨ ਹੈ ਘਰ ਦੇ ਵਿੱਚ। ਬੱਚਿਆਂ ਨੂੰ ਤੁਸੀਂ ਇਬਾਦਤ ਵਾਲੇ ਪਾਸੇ ਲਾ ਰਹੇ ਜੇ, ਬੱਚੇ ਇਬਾਦਤ 'ਚ ਧਿਆਨ ਨਾਲ ਬੈਠਦੇ ਨੇ, ਨਹੀਂ ਬੈਠਦੇ, ਜ਼ਾਹਿਰ ਜੀ ਗੱਲ ਹੈ ਉਹ ਕਦੀ ਉਹਨਾਂ ਦਾ ਜ਼ੇਨ ਬਣਦਾ, ਕਦੀ ਤਵੱਜੋ ਦਿੰਦੇ ਨੇ, ਕਦੀ ਨਹੀਂ ਦਿੰਦੇ, ਲੇਕਿਨ ਰੋਜ਼ ਇਹ ਕੰਮ ਇੱਥੇ ਹੋ ਰਿਹਾ। ਹੁਣ ਵਾਈਜ਼ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਵੀ ਇਹ ਗੌਰ ਨਾਲ ਨਹੀਂ ਸੁਣ ਰਿਹਾ ਕਲਾਮ, ਲੇਕਿਨ ਇਹ ਘਰ ਜਾਂਦਾ ਮੈਨੂੰ ਦੱਸਦਾ। ਕਈ ਐਸੇ ਕਲਾਮ ਜਿਹੜੇ ਬਹੁਤ ਪਹਿਲੇ ਦੇ ਮੈਂ ਸੁਣਾਏ ਹੋਏ ਨੇ, ਉਹ ਮੈਨੂੰ ਉਹਨਾਂ ਦੀਆਂ ਗੱਲਾਂ ਦੱਸਦਾ ਕਿ ਪਾਪਾ ਜੀ ਤੁਸੀਂ ਇਹ ਗੱਲ ਕੀਤੀ ਸੀ ਨਾ ਕਲਾਮ 'ਚ। ਮੈਂ ਕਹਿੰਦਾ ਹੈ ਇਹਦੇ ਇੰਜ ਲੱਗ ਰਿਹਾ ਸੀ ਇੱਧਰ ਉੱਧਰ ਦੇਖ ਰਿਹਾ, ਲੇਕਿਨ ਉਹ ਰਿਕਾਰਡ ਕਰ ਰਿਹਾ। ਇਹ ਸਾਰੇ ਬੱਚੇ ਇਹਨਾਂ ਦੇ ਜ਼ਿਹਨ 'ਚ ਗੱਲਾਂ ਹੈ ਨੇ, ਲੇਕਿਨ ਇੱਕ ਵਕਤ ਆਏਗਾ ਜਦੋਂ ਖੁਦਾਵੰਦ ਆਪਣਾ ਪੈਨਾ ਤੇ ਜ਼ਾਹਿਰ ਕਰੇਗਾ। ਹਜੇ ਇਹ ਸਿਰਫ ਇਨਫੋਰਮੇਸ਼ਨ ਹੈ ਇਹਨਾਂ ਕੋਲ ਆ ਰਹੀ। ਖੁਦਾ ਦਾ ਇੱਕ ਟਾਈਮ ਹੈ ਕਿ ਖੁਦਾ ਨੇ ਕਿਸ ਟਾਈਮ ਇਹਨਾਂ ਨੂੰ ਉਸ ਇਨਫੋਰਮੇਸ਼ਨ ਦੇ ਵਿੱਚੋਂ ਆਪਣਾ ਦਿਖਾਣਾ ਹੈ। ਹਜੇ ਇਹ ਸਿਰਫ ਸਾਡੀ ਵਜ੍ਹਾ ਤੋਂ ਚਰਚ ਆ ਰਹੇ ਨੇ। ਤੁਸੀਂ ਅਗਰ ਇਹਨਾਂ ਨੂੰ ਨਾ ਉਠਾਓ ਤੇ ਸਵੇਰੇ ਉੱਠਣ ਨਾ। ਕਿਉਂ ਜੀ? ਹਾਂਜੀ ਹੈ ਨਾ। ਮਤਲਬ ਡੇਲੀ ਬੱਚਿਆਂ ਨੂੰ ਲਿਆਣਾ ਇੱਕ ਕੰਮ ਹੈ। ਕਿਸੇ ਦੀ ਤਬੀਅਤ ਖਰਾਬ ਹੈ, ਕੋਈ ਥੱਕਿਆ ਹੋਇਆ, ਕਿਸੇ ਦਾ ਪੇਪਰ ਹੈ, ਉਹਨਾਂ ਨੂੰ ਉਠਾ ਕੇ ਲਿਆਣਾ। ਇਹ ਹਜੇ ਇਸ ਲਈ ਆ ਰਹੇ ਨੇ ਕਿ ਅਸੀਂ ਇਹਨਾਂ ਨੂੰ ਦਾਬਾ ਲਾ ਕੇ ਲਿਆ ਰਹੇ ਹਾਂ, ਠੀਕ ਹੈ ਨਾ। ਲੇਕਿਨ ਇਹਨਾਂ ਦੀ ਜ਼ਿੰਦਗੀ 'ਚ ਟਰਨਿੰਗ ਪੁਆਇੰਟ ਉਦੋਂ ਆਏਗਾ ਜਦੋਂ ਖੁਦਾਵੰਦ ਆਪਣਾ ਪੈਨਾ ਜ਼ਾਹਿਰ ਕਰੇਗਾ। ਫਿਰ ਇਹਨਾਂ ਨੂੰ ਕੋਈ ਹਿਲਾਏਗਾ ਨਹੀਂ, ਇਹ ਖੁਦ ਉੱਠਣਗੇ, ਠੀਕ ਹੈ ਨਾ। ਇਹ ਉਹ ਗੱਲ ਹੈ ਜਿਹਦੇ ਲਈ ਅਸੀਂ ਇੰਤਜ਼ਾਰ ਕਰ ਰਹੇ ਹਾਂ। ਹਜੇ ਬਤੌਰ ਮਾਂ ਬਾਪ ਸਾਡੀ ਇਹ ਜ਼ਿੰਮੇਦਾਰੀ ਹੈ ਅਸੀਂ ਇਹਨਾਂ ਨੂੰ ਕਹੀਏ ਕਿ ਨਹੀਂ ਬੇਟਾ ਹਜੇ ਤੇ ਇਹ ਬੱਚੇ ਨੇ, ਇਹ ਕਮ ਅਕਲ ਨੇ, ਇਹਨਾਂ ਨੂੰ ਇਹ ਪਤਾ ਕਿ ਯਾਰ ਉਹ ਕਾਰਟੂਨ ਵੇਖ ਲਈਏ, ਗੇਮ ਖੇਡ ਲਈਏ, ਜ਼ਿਆਦਾ ਅੱਛਾ ਹੈ, ਇਹਨਾਂ ਨੂੰ ਉਹਦੇ 'ਚ ਅਟਰੈਕਸ਼ਨ ਜ਼ਿਆਦਾ ਨਜ਼ਰ ਆਉਂਦੀ। ਲੇਕਿਨ ਜਿਸ ਤਰ੍ਹਾਂ ਇਹਨਾਂ ਦੀ ਉਮਰ ਵਧੇਗੀ, ਇਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੋਏਗਾ ਕਿ ਜ਼ਿੰਦਗੀ ਗੁਜ਼ਾਰਨ ਲਈ ਖੁਦਾ ਦੇ ਬਗੈਰ ਗੁਜ਼ਾਰਾ ਨਹੀਂ ਹੁੰਦਾ, ਠੀਕ ਹੈ ਨਾ। ਤੇ ਮਾਮੂਰ ਉਹਨੇ ਹੀ ਹੋਣਾ, ਦਿਆਨਤਦਾਰ ਬੰਦੇ ਨੇ ਜਿਹੜਾ ਖੁਦਾ ਦੇ ਨਾਲ ਦਿਆਨਤਦਾਰੀ ਨਾਲ ਚੱਲ ਰਿਹਾ, ਠੀਕ ਹੈ ਨਾ। ਸਾਡੀ ਇਹ ਜ਼ਿੰਮੇਦਾਰੀ ਹੈ ਅਸੀਂ ਇਹਨਾਂ ਨੂੰ ਉਸ ਪਾਸੇ ਲਾਈਏ। ਬਾਕੀ ਕਿਸੇ ਦੇ ਸਮਝਾਇਆ ਖੁਦਾ ਸਮਝ ਨਹੀਂ ਆਉਂਦਾ। ਜੇ ਕਿਸੇ ਦੇ ਸਮਝਾਇਆ ਖੁਦਾ ਸਮਝ ਆ ਜਾਏ ਤੇ ਫਿਰ ਹਰ ਬੰਦਾ ਹੀ ਚਰਚ ਬੈਠਾ ਹੋਏ ਤੋਬਾ ਕਰਕੇ ਤੇ ਖੁਦਾ ਨਾਲ ਜ਼ਿੰਦਗੀ ਗੁਜ਼ਾਰ ਰਿਹਾ ਹੈ। ਇਹ ਸਮਝ ਉਦੋਂ ਆਉਂਦੀ ਜਦੋਂ ਖੁਦਾ ਆਪਣਾ ਆਪ ਜ਼ਾਹਿਰ ਕਰਦਾ। ਜਿਹਦੇ ਤੇ ਖੁਦਾ ਆਪਣਾ ਆਪ ਜ਼ਾਹਿਰ ਕਰਦੇ ਬਸ ਫਿਰ ਉਹਨੂੰ ਕਿਸੇ ਦੇ ਧੱਕੇ ਦੀ ਲੋੜ ਨਹੀਂ, ਉਹ ਫਿਰ ਖੁਦ ਹੀ ਚੱਲਦਾ। ਉਹ ਕਹਿੰਦਾ ਨਹੀਂ ਯਾਰ ਦੁਆ ਦਾ ਟਾਈਮ ਹੋ ਗਿਆ, ਮੈਂ ਹੁਣ ਇੱਥੇ ਤੁਹਾਡੇ ਕੋਲ ਨਹੀਂ ਖਲੋ ਸਕਦਾ, ਮੈਂ ਘਰ ਜਾਣਾ, ਠੀਕ ਹੈ ਨਾ। ਤੇ ਬਰਕਤਾਂ ਨਾਲ ਮਾਮੂਰ ਉਹ ਹੁੰਦਾ। ਅਸੀਂ ਬਰਕਤਾਂ ਸਿਰਫ ਦੌਲਤ ਨੂੰ ਨਾ ਸਮਝੀ, ਦੌਲਤ ਇੱਕ ਬਰਕਤ ਹੈ। ਕਲਾਮ 'ਚ ਲਿਖਿਆ ਹੈ ਕਿ ਵੀ ਸਾਰੇ ਕੰਮ ਦੌਲਤ ਨਾਲ ਸਿੱਧੇ ਹੁੰਦੇ ਨੇ। ਬਿੱਲ ਨਹੀਂ ਤਾਰੋਗੇ ਤੇ ਬੱਤੀ ਤੁਹਾਡੀ ਬੰਦ ਹੋ ਜਾਏਗੀ, ਗੈਸ ਦਾ ਬਿੱਲ ਨਹੀਂ ਦੋਗੇ ਤੁਹਾਡਾ ਗੈਸ ਬੰਦ ਹੋ ਜਾਏਗਾ, ਜੇ ਤੁਸੀਂ ਸਿਲੰਡਰ 'ਚ ਗੈਸ ਨਹੀਂ ਭਰਵਾ ਕੇ ਲਿਆਓਗੇ ਤੇ ਤੁਹਾਡਾ ਖਾਣਾ ਨਹੀਂ ਪੱਕਣਾ, ਠੀਕ ਹੈ ਨਾ। ਸਾਰੀਆਂ ਚੀਜ਼ਾਂ ਪੈਸੇ ਨਾਲ ਹੁੰਦੀਆਂ ਨੇ, ਲੇਕਿਨ ਪੈਸਾ ਇੰਨਾ ਵੀ ਜ਼ਰੂਰੀ ਨਹੀਂ ਕਿ ਅਸੀਂ ਸਭ ਕੁਝ ਛੱਡ ਕੇ ਪੈਸੇ ਦੇ ਮਗਰ ਹੀ ਲੱਗ ਜੀ। ਸਾਨੂੰ ਖੁਦਾ ਦੀਆਂ ਅਸਲੀ ਬਰਕਾਤ ਦੇ ਪਿੱਛੇ ਵੀ ਦੌੜਨਾ ਚਾਹੀਦਾ। ਖੁਦਾਵੰਦ ਮੈਨੂੰ ਆਪਣੇ ਪਾਕ ਰੂਹ ਨਾਲ ਮਹਿਮੂਦ ਕਰ, ਮੈਨੂੰ ਆਪਣਾ ਕਲਾਮ ਦੀ ਸਮਝ ਦੇ। ਮੈਂ ਜਦੋਂ ਗੀਤ ਗਾਣਾ, ਮੇਰੇ ਬੱਚੇ ਗੀਤ ਗਾਉਂਦੇ ਨੇ, ਸਾਡੀ ਪ੍ਰਸਤਿਸ਼ ਤੇਰੇ ਜ਼ੋਰ ਮਕਬੂਲ ਠਹਿਰੇ, ਸਾਡੇ ਘਰ 'ਚ ਸਕੂਨ ਹੋਏ, ਸਾਡੇ ਘਰ 'ਚ ਅਮਨ ਹੋਏ, ਸਾਡੇ ਬੱਚੇ ਇੱਕ ਦੂਜੇ ਨਾਲ ਪਿਆਰ ਕਰਨ, ਸਾਡੇ ਬੱਚੇ ਇੱਕ ਦੂਸਰੇ ਦਾ ਮੋਢਾ ਬਣਨ। ਮੈਂ ਹਮੇਸ਼ਾ ਜਿਹੜਾ ਘਰ ਦਾ ਵੱਡਾ ਬੱਚਾ ਹੁੰਦਾ ਮੈਂ ਉਹਨੂੰ ਸਮਝਾਉਣਾ, ਮੈਂ ਉਹਨੂੰ ਕਹਿਣਾ ਕਿ ਬੇਟਾ ਤੂੰ ਵੱਡਾ ਹੈ, ਤੈਨੂੰ ਨਹੀਂ ਪਤਾ ਕਿ ਤੇਰੇ ਛੋਟੇ ਭੈਣ ਭਰਾ ਤੈਨੂੰ ਕਿਸ ਤਰ੍ਹਾਂ ਦੇਖਦੇ ਨੇ, ਭਾਵੇਂ ਵੱਡੀ ਬੇਟੀ ਹੋਏ ਤੇ ਭਾਵੇਂ ਵੱਡਾ ਬੇਟਾ ਹੋਏ। ਮੈਂ ਹਮੇਸ਼ਾ ਸਮਝਾਉਣਾ ਕਿ ਬਈ ਜਿਹੜੀ ਵੱਡੀ ਭੈਣ, ਅੱਜ ਵੀ ਮੇਰੀਆਂ ਜਿਹੜੀਆਂ ਵੱਡੀਆਂ ਭੈਣਾਂ ਸਨ, ਮੇਰੀ ਆਪਣੀ ਤੇ ਜਿਹੜੀ ਭੈਣ ਸੀ ਉਹ ਛੋਟੀ ਸੀ ਮੇਰੇ ਤੋਂ, ਮੈਂ ਵੱਡਾ ਸਾਂ, ਲੇਕਿਨ ਮੇਰੇ ਤੋਂ ਵੱਡੀਆਂ ਸੀ ਕਿਉਂਕਿ ਜੁਆਇੰਟ ਫੈਮਿਲੀ 'ਚ ਪਲੇ ਆ। ਤਾਇਆ ਜੀ ਤੇ ਮਤਲਬ ਮੇਰੇ ਚਾਚੇ ਸਾਰੇ, ਤੇ ਮੇਰੇ ਤਾਏ ਦੀਆਂ ਜਿਹੜੀਆਂ ਬੇਟੀਆਂ ਸਨ ਉਹ ਵੱਡੀਆਂ ਸਨ। ਅਸੀਂ ਉਹਨਾਂ ਨੂੰ ਹੀ ਬਾਜੀਆਂ ਕਹਿੰਦੇ, ਅਸੀਂ ਉਹਨਾਂ ਨੂੰ ਹੀ ਭੈਣਾਂ ਮੰਨਦੇ ਆ। ਉਹਨਾਂ ਦਾ ਇੰਪੈਕਟ ਅੱਜ ਵੀ ਮੇਰੀ ਜ਼ਿੰਦਗੀ ਤੇ ਹੈਗਾ। ਜੋ ਕੁਝ ਉਹਨਾਂ ਤੋਂ ਸਿੱਖਿਆ ਸੀ ਮੈਨੂੰ ਉਹ ਚੀਜ਼ਾਂ ਅੱਜ ਵੀ ਯਾਦ ਨੇ ਕਿ ਵੀ ਉਹ ਕਿਸ ਤਰ੍ਹਾਂ ਸਾਨੂੰ ਸਿਖਾਉਂਦੀਆਂ ਸਨ। ਅਸੀਂ ਉਹਨਾਂ ਤੋਂ ਇੰਸਪਾਇਰ ਹੁੰਦੇ ਸਾਂ, ਵੱਡੇ ਭਰਾਵਾਂ ਤੋਂ ਇੰਸਪਾਇਰ। ਅਗਰ ਇਹ ਵਿਲੀ ਕਰੇਗਾ ਨਾ ਤੇ ਦਾਨੀਅਲ ਜ਼ਰੂਰ ਕਰੇਗਾ, ਕਿਉਂਕਿ ਪਿਓ ਦੇ ਬਾਅਦ ਵੱਡਾ ਭਰਾ ਤੁਹਾਡਾ ਹੀਰੋ ਹੁੰਦਾ। ਇਹ ਤਜਰਬੇ ਦੀ ਗੱਲ ਹੈ। ਮਾਂ ਦੇ ਬਾਅਦ ਵੱਡੀ ਭੈਣ ਤੁਹਾਡੀ ਸਹੇਲੀ ਹੁੰਦੀ ਹੈ। ਤੇ ਤੁਸੀਂ ਸੋਚਦੇ ਹੋ ਕਿ ਯਾਰ ਇਹ ਮੇਰੀ ਵੱਡੀ ਭੈਣ ਇਸ ਤਰ੍ਹਾਂ ਕਰ ਰਹੀ ਹੈ, ਮੈਂ ਵੀ ਇੰਝ ਹੀ ਕਰਾਂਗੀ, ਇੱਕ ਦਿਨ ਮੈਂ ਵੀ ਇੰਝ ਹੀ ਕਰਾਂਗੀ। ਇਹ ਮੇਰਾ ਭਰਾ ਇੰਝ ਕਰ ਰਿਹਾ, ਜਦੋਂ ਅੱਬੂ ਮੈਨੂੰ ਮੋਟਰਸਾਈਕਲ ਦੇਗਾ ਨਾ ਫਿਰ ਮੈਂ ਵੀ ਯਸ਼ਵਾਦ ਭਾਈ ਦੀ ਤਰ੍ਹਾਂ ਚੁੱਕਾਂਗਾ ਮੋਟਰਸਾਈਕਲ। ਤੇ ਜੇ ਇਹ ਨਹੀਂ ਚੁੱਕੇਗਾ, ਬੰਦੇ ਦੇ ਪੁੱਤਰਾਂ ਦੀ ਤਰ੍ਹਾਂ ਚਲਾਏਗਾ, ਤੇ ਫਿਰ ਦਾਨੀਅਲ ਨੂੰ ਵੀ ਸਮਝ ਆ ਜਾਏਗੀ ਕਿ ਨਹੀਂ ਵੀ ਮੇਰਾ ਵੱਡਾ ਭਰਾ ਇੰਝ ਨਹੀਂ ਕਰਦਾ, ਇੰਝ ਚਲਾਣੀ ਹੈ ਬਾਈਕ। ਲਿਹਾਜ਼ਾ ਤੁਹਾਡੀ ਬੇਟਾ ਜ਼ਿੰਮੇਦਾਰੀ ਹੈ, ਤੁਸੀਂ ਵੱਡੇ ਹੋ, ਇਹ ਤੁਹਾਡੇ ਤੋਂ ਛੋਟੇ ਨੇ। ਅਲਿਸ਼ਬਾ ਛੋਟੀ ਹੈ, ਮਰੀਮ ਛੋਟੀ ਹੈ, ਇਹ ਦਾਇਮ ਹੈ, ਠੀਕ ਹੈ ਨਾ। ਜਿਹੜੇ ਤੁਹਾਡੇ ਤੋਂ ਛੋਟੇ ਨੇ ਤੁਹਾਡੀ ਜ਼ਿੰਮੇਦਾਰੀ ਹੈ ਕਿ ਤੁਸੀਂ ਆਪਣਾ ਕਰੈਕਟਰ ਉਹਨਾਂ ਦੇ ਸਾਹਮਣੇ ਰੱਖੋ, ਠੀਕ ਹੈ ਨਾ। ਜਦੋਂ ਤੁਸੀਂ ਦੁਆ ਦੇ ਵਿੱਚ ਸੰਜੀਦਗੀ ਦਾ ਮੁਜ਼ਾਹਰਾ ਨਹੀਂ ਨਾ ਕਰ ਰਹੇ ਤੇ ਉਹ ਛੋਟਿਆਂ ਨੂੰ ਵੀ ਪਤਾ ਕਿ ਯਾਰ ਦੁਆ 'ਚ ਇੰਝ ਹੀ ਬਸ ਇੱਧਰ ਉੱਧਰ ਹੀ ਵੇਖੀਦਾ। ਜਦੋਂ ਤੁਸੀਂ ਸੰਜੀਦਗੀ ਨਾਲ ਦੁਆ 'ਚ ਬੈਠੋਗੇ ਉਹ ਕਹਿਣਗੇ ਕਿ ਯਾਰ ਯਸ਼ਵਾ ਭਾਈ ਜਿਸ ਤਰ੍ਹਾਂ ਦੁਆ ਕਰ ਰਿਹਾ ਨਾ ਅਸੀਂ ਵੀ ਇੰਝ ਹੀ ਕਰਨੀ। ਤੇ ਕਲਾਮ 'ਚ ਲਿਖਿਆ ਕਿ ਵੀ ਦਿਆਨਤਦਾਰ ਬੰਦਾ ਬਰਕਤਾਂ ਨਾਲ ਮਾਮੂਰ ਹੋਏਗਾ। ਜਿਹੜਾ ਖੁਦਾ ਨਾਲ ਚੱਲ ਰਿਹਾ ਬਰਕਤਾਂ ਉਹਦੀਆਂ ਨੇ। ਉਹ ਔਰਤ ਜਿਹੜੀ ਯਸੂ ਕੋਲ ਆਈ ਉਹਨੇ ਕਿਹਾ ਕਿ ਵੀ ਮੇਰੀ ਬੇਟੀ 'ਚ ਬਦਰੂਆਂ ਨੇ, ਤੇ ਯਸੂ ਨੇ ਕਿਹਾ ਕਿ ਵੀ ਮੈਂ ਲੜਕਿਆਂ ਦੀ ਰੋਟੀ ਲੈ ਕੇ ਕੁੱਤਿਆਂ ਨੂੰ ਨਹੀਂ ਦੇ ਸਕਦਾ। ਉਸ ਔਰਤ ਨੇ ਕਿਹਾ ਕਿ
ਜਿਹੜੀ ਰੋਟੀ ਮੇਜ਼ ਤੋਂ ਡਿੱਗਦੀ ਹੈ ਕੁੱਤੇ ਉਹ ਖਾਂਦੇ ਨੇ, ਤੂੰ ਉਹੀ ਦੇ ਦੇ। ਲੇਕਿਨ ਯਿਸੂ ਨੇ ਕਿਹਾ ਕਿ ਮੈਂ ਲੜਕਿਆਂ ਦੀ ਰੋਟੀ ਕੁੱਤਿਆਂ ਨੂੰ ਨਹੀਂ ਦੇ ਸਕਦਾ। ਜਿਹੜੀ ਲੜਕਿਆਂ ਦੀ, ਜਿਹੜੀ ਦਾਨੀਅਲ ਲਈ ਚੀਜ਼ ਆਈ ਹੈ, ਯਸ਼ਵਾ ਲਈ ਆਈ ਹੈ, ਉਹ ਇਹਨਾਂ ਲਈ ਹੀ ਆਈ। ਤੁਸੀਂ ਜਦੋਂ ਵੀ ਕੋਈ ਫੈਸਲਾ ਕਰੋਗੇ ਤੁਸੀਂ ਪਹਿਲੇ ਇਹਨਾਂ ਨੂੰ ਮੰਜ਼ਰ-ਏ-ਆਮ ਤੇ ਰੱਖੋਗੇ। ਯਾਰ ਇਹ ਸਾਡੇ ਬੱਚੇ ਨੇ ਮੀਰਬ ਹੈ, ਪਹਿਲੇ ਇਹਨਾਂ ਦੇ, ਫਿਰ ਤੁਸੀਂ ਕਹੋਗੇ ਯਾਰ ਸਾਡੇ ਕੋਲ ਪੈਸੇ ਜ਼ਿਆਦਾ ਆ ਗਏ ਨੇ, ਹੁਣ ਅਸੀਂ ਇੰਜ ਕਰਨਾ ਕਿਸੇ ਹੋਰ ਬੱਚੇ ਨੂੰ ਵੀ ਖਿਲਾਉਣਾ ਲੈ ਦਿੰਦੇ। ਜਿਹੜੀ ਸੱਚਾਈ ਦੀ ਗੱਲ ਹੈ, ਸਭ ਤੋਂ ਪਹਿਲੇ ਅਸੀਂ ਆਪਣੇ ਬੱਚਿਆਂ ਦੇ ਬਾਰੇ ਸੋਚਨੇ ਆ, ਉਹਦੇ ਬਾਅਦ ਅਸੀਂ ਦੂਜਿਆਂ ਨੂੰ ਸੋਚਨੇ ਆ। ਲੇਕਿਨ ਜਿਸ ਤਰ੍ਹਾਂ ਮਸੀਹ ਦੇ ਨਾਲ ਸਾਡੀ ਮੁਹੱਬਤ ਵੱਧਦੀ ਹੈ, ਸਾਨੂੰ ਸਭ ਇਕੁਅਲ ਨਜ਼ਰ ਆਉਣ ਲੱਗ ਪੈਂਦੇ ਨੇ। ਸਭ ਸਾਨੂੰ ਇਕੁਅਲ ਨਜ਼ਰ ਆਉਣ ਲੱਗ ਪੈਂਦੇ ਨੇ, ਕਿਉਂਕਿ ਜਦੋਂ ਮਸੀਹ ਸਾਡੇ ਅੰਦਰ ਹੁੰਦਾ ਤੇ ਉਹ ਸਾਨੂੰ ਅਲੱਗ ਤਰੀਕੇ ਨਾਲ ਦੁਨੀਆ ਦਿਖਾਉਂਦਾ। ਮਸੀਹ ਜਦੋਂ ਆਪਣੀਆਂ ਅੱਖਾਂ ਸਾਨੂੰ ਦਿੰਦਾ ਹੈ ਨਾ, ਸਾਨੂੰ ਸਭ ਇੱਕੋ ਤਰ੍ਹਾਂ ਦੇ ਲੱਗਦੇ ਨੇ। ਮੈਨੂੰ ਕਦੀ ਵੀ ਇਸ ਚੀਜ਼ ਦਾ ਅਹਿਸਾਸ ਨਹੀਂ ਹੋਇਆ ਕਿ ਵੀ ਮੇਰਾ ਭਰਾ ਨਹੀਂ। ਇੱਕ ਬੰਦਾ ਮੈਨੂੰ ਕਹਿੰਦਾ ਜੀ ਤੁਹਾਡਾ ਸਰ ਜੀ ਭਰਾ ਕੋਈ ਨਹੀਂ। ਮੈਂ ਕਿਹਾ ਯਾਰ ਮੇਰੇ ਜਿੰਨੇ ਭਰਾ ਨੇ ਤੈਨੂੰ ਪਤਾ ਹੀ ਨਹੀਂ। ਇਹ ਗੱਲ ਦਰੁਸਤ ਜੇ? ਮਤਲਬ ਮੇਰੇ ਤੇ ਬੇਸ਼ੁਮਾਰ ਭਰਾ ਨੇ, ਪਤਾ ਨਹੀਂ ਕਿਹੜੇ ਕਿਹੜੇ ਸ਼ਹਿਰਾਂ 'ਚ ਨੇ। ਉਹ ਮੈਨੂੰ ਕਹਿੰਦੇ ਨੇ ਸਰ ਜੀ ਤੁਸੀਂ ਆਰਡਰ ਲਾਓ, ਤੁਸੀਂ ਇੱਕ ਗੱਲ ਸਾਨੂੰ ਕਹਿ ਕੇ ਤੇ ਦੇਖੋ, ਅਸੀਂ ਪੂਰੀ ਨਾ ਕਰੀਏ ਤੁਸੀਂ ਸਾਨੂੰ ਫੜ ਲੈਣ। ਰੀਜ਼ਨ ਕੀ ਹੈ ਕਿ ਬਈ ਖੁਦਾ ਦੇ ਨਾਲ ਚੱਲਣ ਦੇ ਫਾਇਦੇ ਨੇ, ਬਰਕਤਾਂ ਨੇ। ਉਹ ਲਿਖਿਆ ਉਹ ਬਰਕਤਾਂ ਨਾਲ ਮਮੂਰ ਹੋਏਗਾ। ਇੱਜ਼ਤ ਨਾਲੋਂ ਵੱਡੀ ਕਿਹੜੀ ਚੀਜ਼ ਹੈ? ਕਿਆ ਹੈ ਬਰਕਤ ਨਹੀਂ? ਕਿ ਤੁਸੀਂ ਜਿੱਥੇ ਜਾਓ ਲੋਕ ਤੁਹਾਨੂੰ ਹੱਥਾਂ ਤੇ ਚੁੱਕਣ, ਲੋਕ ਤੁਹਾਡੇ ਨਾਲ ਬੈਠਣ ਦੀ ਖਾਹਿਸ਼ ਕਰਨ, ਲੋਕ ਕਹਿਣ ਜੀ ਤੁਸੀਂ ਜਾਣਾ ਨਹੀਂ, ਤੁਸੀਂ ਬੈਠੇ ਰਹੋ, ਤੁਸੀਂ ਇੱਥੋਂ ਹਿੱਲੋ ਨਾ। ਕਿਆ ਬਰਕਤ ਨਹੀਂ ਹੈ? ਲੋਕ ਤੁਹਾਨੂੰ ਇੱਜ਼ਤ ਦੇ ਰਹੇ ਨੇ, ਕਿਆ ਬਰਕਤ ਨਹੀਂ ਹੈ? ਤੁਹਾਡੀ ਨਸਲ ਨੂੰ ਖੁਦਾ ਮਸ਼ਹੂਰ ਕਰ। ਮੈਂ ਇਹਨੂੰ ਵਾਇਜ਼ ਨੂੰ ਅਕਸਰ ਕਹਿੰਦਾ, ਮੈਂ ਕਹਿੰਦਾ ਯਾਰ ਦੇਖ ਤੂੰ ਜਿੱਥੇ ਜਾਣਾ। ਵਾਇਜ਼ ਨੂੰ ਗੁਜਰਾਂਵਾਲੇ ਗਿਆ, ਲੋਕਾਂ ਨੇ ਇਹਨੂੰ ਬੜਾ ਪ੍ਰੋਟੋਕੋਲ ਦਿੱਤਾ। ਲੋਕ ਇਹਦੇ ਬਾਰੇ 'ਚ ਪੁੱਛਦੇ ਨੇ, ਫੋਨ ਕਰਦੇ ਨੇ, ਪਹਿਲੇ ਇਹਦਾ ਪੁੱਛਦੇ ਨੇ ਕਿ ਜੀ ਵਾਇਜ਼ ਦੀ ਸੁਣਾਓ, ਵਾਇਜ਼ ਕੈਸਾ। ਰੀਜ਼ਨ ਕੀ ਹੈ? ਅਗਰ ਮੈਂ ਖੁਦਾ ਨਾਲ ਚੱਲ ਰਿਹਾ ਤੇ ਲਿਖਿਆ ਕਿ ਉਹਦੀ ਨਸਲ ਜ਼ਮੀਨ ਤੇ ਜ਼ੋਰ ਆਵਰ ਹੋਏਗੀ। ਤੁਸੀਂ ਅੱਜ ਖੁਦਾ ਦੇ ਨਾਲ ਚੱਲ ਰਹੇ ਹੋ, ਤੁਸੀਂ ਆਪਣੇ ਬੱਚਿਆਂ ਦੀ ਸਰਫਰਾਜ਼ੀ ਦੇਖੋਗੇ। ਮੇਰਾ ਈਮਾਨ ਹੈ, ਮੈਂ ਈਮਾਨ ਨਾਲ ਤੁਹਾਨੂੰ ਗੱਲ ਕਹਿ ਰਿਹਾ। ਤੁਸੀਂ ਆਪਣੇ ਬੱਚਿਆਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਪਨਪਦੇ ਹੋਏ ਦੇਖੋਗੇ। ਐਜੂਕੇਸ਼ਨ 'ਚ ਅੱਗੇ ਜਾ ਰਹੇ ਨੇ, ਹਿਕਮਤ 'ਚ ਅੱਗੇ ਵਧ ਰਹੇ ਨੇ, ਅਕਲ 'ਚ ਅੱਗੇ ਵਧ ਰਹੇ ਨੇ, ਸਾਹਿਬੇ ਤਮੀਜ਼ ਨੇ। ਠੀਕ ਹੈ ਨਾ ਬੇਟਾ? ਜਿਹੜੇ ਬੱਚੇ ਸਾਹਿਬੇ ਤਮੀਜ਼ ਹੁੰਦੇ ਨੇ, ਮੈਂ ਤੁਹਾਨੂੰ ਆਪਣੇ ਬਚਪਨ ਦੀ ਗੱਲ ਦੱਸਣਾ ਕਿ ਮੈਂ ਅਗਰ ਸਾਡਾ ਕੋਈ ਬਜ਼ੁਰਗ ਸਾਡੇ ਘਰ ਆਂਦਾ ਸੀ ਨਾ, ਕੋਈ ਵੀ ਬੰਦਾ, ਮੈਂ ਉਹਨੂੰ ਵੱਧ ਕੇ ਸਲਾਮ ਕਰਨਾ, ਉਹਦੇ ਕੋਲ ਪਿਆਰ ਲੈਣਾ, ਫਿਰ ਉਹਦੇ ਕੋਲ ਬਹਿਣਾ, ਉਹਦੀ ਖਿਦਮਤ ਕਰਨੀ। ਔਰ ਮੈਨੂੰ ਇਹ ਬੜਾ ਸ਼ੌਕ ਹੁੰਦਾ ਸੀ ਕਿ ਬਜ਼ੁਰਗ ਬੰਦੇ ਜਿਹੜੇ ਨਾ ਮੈਨੂੰ ਦੁਆ ਦੇਣ। ਹਾਲਾਂਕਿ ਮੈਂ ਕਲਾਮ ਤੇ ਨਹੀਂ ਸਾਂ ਉਦੋਂ ਪੜ੍ਹਿਆ ਹੋਇਆ, ਲੇਕਿਨ ਪਤਾ ਨਹੀਂ ਕੀ ਸੀ ਮੇਰੇ ਅੰਦਰ ਇਹ ਚੀਜ਼। ਮੈਂ ਪਤਾ ਨਹੀਂ ਕਿਹੜੇ ਕਿਹੜੇ ਬੰਦੇ ਕੋ ਦੁਆ ਲੈ ਲਈ ਹੋਈ। ਔਰ ਬਜ਼ੁਰਗ ਬੰਦਾ ਤੁਹਾਨੂੰ ਦਿਲੋਂ ਦੁਆ ਦੇ ਰਿਹਾ ਕਿ ਬੇਟਾ, ਉਹਨੂੰ ਇਹ ਨਜ਼ਰ ਆ ਰਿਹਾ ਕਿ ਯਾਰ ਛੋਟਾ ਜਿਹਾ ਬੱਚਾ ਹੈ, ਇਹ ਪਾਣੀ ਲੈ ਕੇ ਆ ਰਿਹਾ ਮੇਰੇ ਲਈ। ਇਹ ਮੈਨੂੰ ਪੁੱਛ ਰਿਹਾ ਕਿ ਚਾਚਾ ਜੀ ਤੁਸੀਂ, ਮੈਂ ਤੁਹਾਡੀਆਂ ਲੱਤਾਂ ਘੁੱਟਦਾ, ਚਾਚਾ ਜੀ ਮੈਂ ਤੁਹਾਨੂੰ ਚਾਹ ਬਣਾ ਕੇ ਦੇਵਾਂ। ਉਹ ਕਹਿੰਦੇ ਸਨ ਯਾਰ ਤੂੰ ਛੋਟਾ ਜਿਹਾ। ਉਹ ਮੇਰੀ ਮਾਂ ਨੂੰ ਕਹਿੰਦੇ ਸਨ ਵੀ ਇਹ ਕੀ ਹੈ, ਇਹ ਛੋਟਾ ਜਿਹਾ ਬੱਚਾ, ਲੇਕਿਨ ਠੀਕ ਹੈ ਨਾ। ਤੇ ਬੇਟਾ ਖਾਲੀ ਤਬਲਾ ਹੀ ਨਹੀਂ ਕੁੱਟਣਾ, ਸਾਹਿਬੇ ਤਮੀਜ਼ ਵੀ ਬਣਨਾ। ਤੁਹਾਡੇ ਅੰਦਰ ਇਹ ਹਿਕਮਤ ਹੋਣੀ ਚਾਹੀਦੀ ਹੈ ਕਿ ਵੀ ਅਸੀਂ ਯਿਸੂ ਦੇ ਲੋਕ ਹਾਂ। ਸਾਡੇ ਅੰਦਰ ਮਸੀਹ ਦੀ ਮੁਹੱਬਤ ਹੋਣੀ ਚਾਹੀਦੀ ਹੈ, ਸਾਡੇ ਅੰਦਰ ਖਿਦਮਤ ਦਾ ਜਜ਼ਬਾ ਹੋਣਾ ਚਾਹੀਦਾ। ਕਲਾਮ 'ਚ ਲਿਖਿਆ ਕਿ ਅਗਰ ਕੋਈ ਇੱਕ ਕੋਸ ਤੁਹਾਨੂੰ ਬੇਗਾਰ 'ਚ ਲੈ ਕੇ ਜਾਏ, 2 ਕੋਸ ਚਲੇ ਜਾਓ। ਬੇਗਾਰ ਦਾ ਮਤਲਬ ਫ੍ਰੀ। ਇਹ ਜ਼ਰਾ ਇੱਥੋਂ ਉੱਠ ਕੇ ਉੱਥੇ ਤੱਕ ਚੱਲੋ ਸਰ, ਇਹ ਜ਼ਰਾ 2 ਤੋੜੇ ਨੇ ਸਾਡੇ ਨਾਲ ਲੈ ਜਾਓ। ਤੁਸੀਂ ਕਹਿੰਦੇ ਜੀ ਦੋਵੇਂ ਮੈਨੂੰ ਫੜਾ ਦਿਓ, ਇਹ ਮੈਂ ਲੈ ਕੇ ਜਾਵਾਂ। ਇਹ ਮਸੀਹੀ ਮੁਹੱਬਤ। ਤੇ ਸਾਨੂੰ ਆਪਣੇ ਇਰਦ ਗਿਰਦ ਕਿਤੇ ਮਸੀਹੀ ਮੁਹੱਬਤ ਨਜ਼ਰ ਨਹੀਂ ਆਉਂਦੀ। ਹੁਣ ਮਫਾਦ ਦੀ ਦੁਨੀਆ, ਹਰ ਬੰਦਾ ਮਫਾਦ ਪ੍ਰਸਤ ਹੈ। ਉਹ ਪਹਿਲੇ ਆਪਣਾ ਮਫਾਦ ਸੋਚਦਾ। ਉਹ ਤੁਹਾਨੂੰ ਕਹਿੰਦਾ ਅੱਛਾ ਮੈਂ ਆ ਜਾਵਾਂਗਾ ਸਰ, ਲੇਕਿਨ ਉਹ ਫਿਰ ਮਤਲਬ ਮੈਨੂੰ ਕੀ ਮਿਲੇਗਾ? ਉਹ ਸੋਚਦਾ ਕਿ ਯਾਰ ਮੈਂ ਆ ਤੇ ਜਾਵਾਂਗਾ, ਲੇਕਿਨ ਸ਼ਾਮ ਨੂੰ ਭਾਈਜਾਨ ਫਿਰ ਕੀ ਹਿਸਾਬ ਕਿਤਾਬ ਹੋਏਗਾ ਮੇਰਾ। ਲੇਕਿਨ ਬਰਕਤ ਐਵੇਂ ਨਹੀਂ ਲੱਭ ਜਾਂਦੀ ਸਰ, ਬਰਕਤ ਐਵੇਂ ਨਹੀਂ ਬੱਚੋ ਲੱਭਦੀ। ਇਹਦੇ ਲਈ ਬੜੀ ਸਟਰਗਲ ਕਰਨੀ ਪੈਂਦੀ। ਔਰ ਮਸੀਹ 'ਚ ਜਦੋਂ ਅਸੀਂ ਹੁੰਦੇ ਹਾਂ ਤੇ ਸਾਨੂੰ ਖੁਦਾਵੰਦ ਹਿਕਮਤ ਦਿੰਦਾ, ਸਮਝ ਦਿੰਦਾ ਕਿ ਅਸੀਂ ਕਿਵੇਂ ਅੱਗੇ ਚੱਲਣਾ। ਔਰ ਕਲਾਮ 'ਚ ਲਿਖਿਆ ਹੈ ਕਿ ਦਿਆਨਤਦਾਰ ਆਦਮੀ ਬਰਕਤਾਂ ਨਾਲ ਮਾਮੂਰ ਹੋਏਗਾ। ਲੇਕਿਨ ਜਿਹੜਾ ਬੰਦਾ ਦੌਲਤਮੰਦ ਹੋਣ ਲਈ ਛੇਤੀ ਕਰਦਾ, ਉਹ ਬੇਸਜ਼ਾ ਨਹੀਂ ਛੁੱਟੇਗਾ। ਜਿਹੜੀ ਸੀ ਗੱਲ ਕੀਤੀ, ਸ਼ਰਾਬਾਂ ਵੇਚਦਾ, ਲੋਕਾਂ ਨੂੰ ਟੱਕ ਮਾਰਦਾ, ਮਾਲਕ ਦੀਆਂ ਚੀਜ਼ਾਂ ਚੋਰੀ ਕਰ ਲਈਆਂ। ਹਾਂਜੀ, ਉਹਨੇ ਕਿਹਾ ਕਿ ਸੰਭਾਲ ਕੇ ਸਟੋਰ 'ਚ ਰੱਖ ਦੇ, ਇਹ ਪੰਪ ਖਰਾਬ ਹੋ ਗਿਆ ਯਾਰ, ਇਹਨੂੰ ਠੀਕ ਕਰਾ ਲਾਂਗੇ, ਇਹ ਕੋ ਬਿਸਕੋ ਉਠਾ ਕੇ ਉਧਰ ਰੱਖ ਦੋ। ਤੁਸੀਂ ਕਿਹਾ ਸਾਹਿਬ ਨੇ ਭੁੱਲ ਜਾਣਾ, ਮੋਟਰ ਹੀ ਵੇਚ। ਉਹ ਜਦੋਂ ਕਦੀ ਸਾਹਿਬ ਪੁੱਛੇਗਾ ਉਹਨੂੰ ਕਹਾਂਗਾ ਸਰ ਜੀ ਉਹ ਪਤਾ ਨਹੀਂ ਇੱਥੇ ਰੱਖੀ ਸੀ, ਕਿੱਥੇ ਚਲੀ ਗਈ, ਉਹ ਇਹ ਕੌਣ ਲੈ ਗਿਆ, ਆਪ ਹੀ ਵੇਚ ਦਿੱਤੀ। ਮਕਸਦ ਕੀ ਹੈ ਕਿ ਪੈਸਾ ਕਮਾਣਾ, ਤੇ ਫਿਰ ਬੇਸਜ਼ਾ ਤੇ ਨਹੀਂ ਛੁੱਟਣਾ। ਉਹਨੂੰ ਜਦੋਂ ਪਤਾ ਲੱਗ ਜਾਣਾ ਕਿ ਯਾਰ ਇਹ ਬੰਦਾ ਤੇ ਸਾਡੇ ਨਾਲ ਫਰਾਡ ਕਰ ਰਿਹਾ, ਭਾਈ ਤੂੰ ਕੱਲ ਤੋਂ ਨਾ ਹੀ ਚੱਲ ਬਈ, ਤੂੰ ਫਾਰਗ ਹੈ, ਤੇ ਪੈਨਸ਼ਨ ਪੂੰਸ਼ਨ ਤੇ ਹੈ ਕੋਈ ਨਹੀਂ, ਪ੍ਰਾਈਵੇਟ ਜੋਬ, ਚਲੋ ਜੀ ਇੰਝ ਹੀ ਹੁੰਦਾ। ਕੌਣ ਕਿੰਨੀ ਦੇਰ ਤੱਕ ਮੈਂ ਉਹਨੂੰ ਇਹ ਨਜ਼ਰ ਆਉਂਦਾ ਕਿ ਵੀ ਅੱਜ ਆ ਛੋਟੀਆਂ ਛੋਟੀਆਂ ਸਾਡੇ ਨਾਲ ਲੈਂਗੀਆਂ ਪੈਂਗੀਆਂ ਕਰ ਰਿਹਾ, ਕੱਲ ਨੂੰ ਇਹ ਕੋਈ ਵੱਡਾ ਟੱਕ ਲਾ ਕੇ ਜਾਏਗਾ, ਇਹਨੂੰ ਹੁਣੇ ਹੀ ਕੱਢ ਦੋ, ਇਹਨੂੰ ਹੁਣੇ ਹੀ ਕੱਢ ਦੋ। ਲਿਹਾਜ਼ਾ ਇਹਨੂੰ ਕਲੋਜ਼ ਕਰਨੇ ਆ ਇਸ ਗੱਲ ਦੇ ਉੱਤੇ ਕਿ ਜਿਹੜਾ ਸ਼ਖਸ ਖੁਦਾ ਨਾਲ ਚੱਲ ਰਿਹਾ ਹੁੰਦਾ ਨਾ, ਉਹ ਸਿੱਖ ਰਿਹਾ ਹੁੰਦਾ। ਰੂਹਾਨੀ ਤਰੱਕੀ ਸਿੱਖਣ ਦਾ ਨਾਂ ਹੈ। ਸਿਰਫ ਇਹ ਨਹੀਂ ਕਿ ਜੀ ਮੈਨੂੰ ਦੁਆ ਕਰਨੀ ਆ ਗਈ, ਜਿਹੜੀ ਸੀ ਸੁਬਾਹ ਗੱਲ ਕਰ ਰਹੇ ਸਾਂ, ਮੈਂ ਕਲਾਮ ਸੁਣਨ ਲੱਗ ਪਈ ਹਾਂ, ਮੈਂ ਬੜੀ ਬਦਲ ਗਈ ਹਾਂ। ਰੂਹਾਨੀ ਸ਼ਖਸ ਹੋਵੇ ਜਿਹੜਾ ਰੋਜ਼ ਬਰੋਜ਼ ਮਸੀਹ ਦੀ ਸੂਰਤ ਤੇ ਟਲ ਰਿਹਾ। ਤੇ ਜਦੋਂ ਤੁਸੀਂ ਬੱਚੋ ਬਾਈਬਲ ਪੜ੍ਹਦੇ ਹੋ, ਨਿਊ ਟੈਸਟਮੈਂਟ ਨੂੰ ਪੜ੍ਹਦੇ ਹੋ, ਮਸੀਹ ਦੀ ਜ਼ਿੰਦਗੀ ਨੂੰ ਪੜ੍ਹੋ। ਪਹਿਲੇ ਖੁਦਾਵੰਦ ਯਿਸੂ ਮਸੀਹ ਕਿਸ ਤਰ੍ਹਾਂ ਗੱਲਬਾਤ ਕਰਦੇ ਸਨ,
ਖੁਦਾਵੰਦ ਯਿਸੂ ਮਸੀਹ ਨੇ ਲੋਕਾਂ ਨਾਲ ਕਿਹੜੀਆਂ ਗੱਲਾਂ ਕੀਤੀਆਂ, ਕਿਉਂ ਕੀਤੀਆਂ, ਖੁਦਾਵੰਦ ਯਿਸੂ ਮਸੀਹ ਨੂੰ ਕਿਹੜੇ ਲੋਕ ਮਿਲਣ ਆਏ, ਉਹਨਾਂ ਨੇ ਯਿਸੂ ਨੂੰ ਕੀ ਕਿਹਾ, ਯਿਸੂ ਨੇ ਅੱਗੋਂ ਕੀ ਜਵਾਬ ਦਿੱਤਾ। ਇਹ ਸਾਰੀਆਂ ਚੀਜ਼ਾਂ ਨੂੰ ਆਪਣੀ ਲਾਈਫ 'ਚ ਲੈਣਾ ਹੈ। ਔਰ ਜਦੋਂ ਤੁਸੀਂ ਇਹਨਾਂ ਨੂੰ ਸਿੱਖੋਗੇ, ਸਮਝੋਗੇ, ਤੁਸੀਂ ਐਸੇ ਬੱਚੇ ਬਣ ਜਾਓਗੇ ਕਿ ਲੋਕ ਤੁਹਾਡੀ ਰਫਾਕਤ ਨੂੰ ਇੰਜੋਏ ਕਰਨਗੇ ਕਿ ਯਾਰ ਇਹ ਬੱਚਾ ਜਿਹੜਾ ਹੈ ਨਾ, ਇਹ ਬੱਚੇ ਨੂੰ ਬੁਲਾਓ ਯਾਰ, ਇਹ ਬੱਚਾ ਬਹੁਤ ਅੱਛਾ ਹੈ, ਲੋਕ ਤੁਹਾਨੂੰ ਦੁਆਵਾਂ ਦੇਣਗੇ। ਤੇ ਜਿਹੜਾ ਓਏ ਦਫਾ ਜਾ ਇੱਥੋਂ, ਕੀ ਇੱਕ ਬਦਤਮੀਜ਼ ਬੱਚਾ ਜਿਹਨੂੰ ਵੇਖਣਾ ਕੋਈ ਪਸੰਦ ਨਹੀਂ ਕਰ, ਬਦਤਮੀਜ਼ ਬੱਚੇ ਤੋਂ ਲੋਕ ਉਹ ਯਾਰ ਇਹਦੇ ਤੋਂ ਬਚਣਾ, ਯਾਰ ਇਹ ਆਪਣਾ ਬੱਚਾ ਇਹਦੇ ਨਾਲ ਨਾ ਭੇਜੋ, ਕਿਉਂਕਿ ਉਹਨਾਂ ਨੂੰ ਪਤਾ ਕਿ ਇਹ ਜ਼ਿੰਮੇਦਾਰ ਨਹੀਂ। ਜਦੋਂ ਇਹਨਾਂ ਨੂੰ ਪਤਾ ਹੈ ਕਿ ਵੀ ਯਸ਼ੂਆ ਬਹੁਤ ਜ਼ਿੰਮੇਦਾਰ ਹੈ, ਬੱਚਿਆਂ ਦਾ ਖਿਆਲ ਰੱਖਦਾ, ਹਾਂ ਬੇਟਾ ਤੂੰ ਇਹਦੇ ਨਾਲ ਚਲਾ ਜਾ, ਅਹਿਸਾਸ ਜ਼ਿੰਮੇਦਾਰੀ ਉਸ ਸ਼ਖਸ 'ਚ ਹੁੰਦੀ ਹੈ ਜਿਹੜਾ ਖੁਦਾਵੰਦ ਨਾਲ ਚੱਲ ਰਿਹਾ। ਲਿਹਾਜ਼ਾ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਮਸੀਹ 'ਚ ਰਹਿ ਕੇ ਸਿੱਖੀਏ, ਦਿਆਨਤਦਾਰੀ ਨਾਲ ਚੱਲੀਏ, ਤੇ ਖੁਦਾਵੰਦ ਸਾਨੂੰ ਹਰ ਗੁਜ਼ਰਨ ਵਾਲੇ ਦਿਨ ਦੇ ਨਾਲ ਬਿਹਤਰ ਤੋਂ ਬਿਹਤਰ ਬਣਾਉਂਦਾ ਜਾਏ। ਆਮੀਨ। ਤੇ ਜੇ ਅਸੀਂ ਦੌਲਤਮੰਦ ਬਣਨ 'ਚ ਛੇਤੀ ਕਰਾਂਗੇ, ਹਰ ਗਲਤ ਤਰੀਕਾ ਅਪਣਾਵਾਂਗੇ ਜਿਹੜਾ ਖੁਦਾ ਦੇ ਕਲਾਮ ਦੇ ਮੁਤਾਬਕ ਨਹੀਂ, ਤੇ ਫਿਰ ਸਜ਼ਾ ਤੇ ਸਾਨੂੰ ਮਿਲਣੀ ਹੈ। ਤੇ 2022 ਦੇ ਵਿੱਚ ਜਦੋਂ ਅਸੀਂ ਐਂਟਰ ਹੋ ਰਹੇ ਹਾਂ, ਨਵੇਂ ਸਾਲ 'ਚ ਦਾਖਲ ਹੋ ਰਹੇ ਹਾਂ, ਸਾਨੂੰ ਇਹ ਚਾਹੀਦਾ ਅਸੀਂ ਇਹ ਦੁਆ ਕਰੀਏ ਕਿ ਖੁਦਾਵੰਦ ਸਾਨੂੰ ਦਿਆਨਤਦਾਰ ਰਹਿਣ ਦਾ ਫਜ਼ਲ ਦੇ, ਅਸੀਂ ਤੇਰੀ ਤਾਬੇਦਾਰੀ ਕਰੀਏ ਔਰ ਉਹਨਾਂ ਗੱਲਾਂ ਨੂੰ ਆਪਣੀ ਲਾਈਫ 'ਚ ਅਡਾਪਟ ਕਰੀਏ ਜਿਹੜੀਆਂ ਤੇਰੀ ਮਰਜ਼ੀ ਦੇ ਮੁਤਾਬਕ। ਠੀਕ ਹੈ ਨਾ? ਆਓ ਜੀ ਦੁਆ ਕਰੀਏ।